ਹਸਤ ਖੇਲਤ ਤੇਰੇ ਦਿਉਰੇ ਆਇਆ। ਅਗਲਾ ਵਿਅੰਗ। ਪੰਜਾਬ ਵਾਸੀਆਂ ਅਤੇ ਬਾਹਰਲੇ ਵਿਕਸਿਤ ਦੇਸ਼ਾਂ ਦੀ ਜੀਵਨ ਸ਼ੈਲੀ ਦਾ ਜਿਵੇਂ ਅਸਮਾਨ ਜਿੰਨਾ ਫਰਕ ਹੈ। ਇੱਧਰੋਂ ਪਹਿਲੀ ਵਾਰੀ ਉੱਧਰ ਗਿਆ ਬੰਦਾ ਇੱਕ ਵਾਰੀ ਤਾਂ ਕਿਸੇ ਸਵਰਗੀ ਧਰਤੀ ਤੇ ਪੁੱਜਿਆ ਹੋਇਆ ਮਹਿਸੂਸ ਕਰਦਾ ਹੈ। ਇਮਾਨਦਾਰੀ ਨਾਲ ਕਾਨੂੰਨ ਦੀ ਪਾਲਣਾ ਕਰਦੇ ਨੇ, ਪੱਕੇ ਬੱਝਵੇਂ ਟ੍ਰੈਫਿਕ ਨਿਯਮ ਨੇ। ਗਲਤੀ ਕਰਨ ਵਾਲਾ ਭਾਵੇਂ ਕਿੰਨਾ ਵੱਡਾ ਲਾਟ ਸਾਹਿਬ ਹੋਵੇ, ਉਹ ਬਖਸ਼ਿਆ ਨਹੀਂ ਜਾਵੇਗਾ। ਪੁਲਿਸ ਵੱਲੋਂ ਕੱਟਿਆ ਚਲਾਨ ਲਿਖੀ ਜੁਰਮਾਨੇ ਦੀ ਰਕਮ ਅਦਾ ਕਰਨੀ ਹੀ ਹੋਵੇਗੀ। ਕਿਧਰੇ ਕੋਈ ਹਾਰਨ ਨਹੀਂ ਵਜਾਉਂਦਾ, ਸਪੀਕਰਾਂ ਦੀ ਆਵਾਜ਼ ਨਹੀਂ, ਚੋਣਾਂ ਦਾ ਸ਼ੋਰ ਨਹੀਂ, ਹਵਾ ਦਾ ਪ੍ਰਦੂਸ਼ਣ ਨਹੀਂ, ਬਿਜਲੀ ਗੁੱਲ ਨਹੀਂ ਹੁੰਦੀ। ਸਭ ਕੁਝ ਆਮ ਵਾਂਗ ਚੱਲਦਾ ਹੈ। ਪਰ ਹਾਂ, ਇੱਧਰ ਵਾਂਗ ਉੱਥੇ ਵਿਹਲੜਾਂ ਲਈ ਕੋਈ ਥਾਂ ਨਹੀਂ, ਕੋਈ ਇੱਜ਼ਤ ਨਹੀਂ। ਆਪਣੀ ਯੋਗਤਾ ਮੁਤਾਬਕ ਕੰਮ ਸਭ ਨੂੰ ਕਰਨਾ ਹੀ ਪੈਂਦਾ ਹੈ, ਵਰਨਾ ਗੁਜ਼ਾਰਾ ਨਹੀਂ ਚੱਲੇਗਾ। ਬੇਰੁਜ਼ਗਾਰੀ ਨਾ ਮਾਤਰ ਹੈ, ਫਿਰ ਵੀ ਬੇਗਾਨੇ ਦੇਸ਼ ਵਿੱਚ ਜਾ ਕੇ ਸੈੱਟ ਹੋਣਾ, ਘਰ ਕਾਰ ਵਰਤੋਂ ਵਾਲਾ ਸਮਾਨ, ਖਾਣ ਪਹਿਨਣ ਵਾਲਾ ਪੂਰਾ ਖਰਚਾ, ਬਹੁਤ ਵੱਡੀ ਮਿਹਨਤ ਕਰਨੀ ਪੈਂਦੀ ਹੈ ਪੂਰਾ ਕਰਨ ਵਾਸਤੇ। ਅਗਰ ਬਹੁਤ ਸਾਰੀ ਮਿਹਨਤ ਕਰਕੇ ਵੀ ਜੀਵਨ ਦੀਆਂ ਸਾਰੀਆਂ ਸਹੂਲਤਾਂ ਮਿਲ ਜਾਣ ਤਾਂ ਵੀ ਖੁਸ਼ੀ ਦੀ ਗੱਲ ਹੈ। ਭਾਰਤ ਵਿੱਚ ਤਾਂ ਮਿਹਨਤੀ ਭੁੱਖਾ ਮਰਦਾ ਹੈ, ਚੋਰ ਉਚੱਕਾ ਤੇ ਬਲੈਕੀਆ ਮੌਜਾਂ ਕਰਦਾ ਹੈ। ਪੰਜਾਬ ਵਿੱਚੋਂ ਭਾਈ ਕਰਮ ਸਿੰਘ ਕਾਲਪਿਕ ਨਾਮ ਕੈਨੇਡਾ ਵੈਨਕੂਵਰ ਵਿੱਚ ਪਹੁੰਚ ਗਿਆ। ਬਹੁਤ ਜੱਦੋ-ਜਹਿਦ ਤੋਂ ਮਗਰੋਂ ਪੱਕਾ ਹੋਇਆ। ਕਈ ਸਾਲ ਦੀ ਉਡੀਕ ਤੋਂ ਮਗਰੋਂ ਮਾਤਾ ਪਿਤਾ ਵੀ ਕੈਨੇਡਾ ਸੱਦ ਲਏ। ਸਾਰਾ ਪਰਿਵਾਰ ਬਹੁਤ ਖੁਸ਼ ਹੋਇਆ। ਬਹੁਤ ਲੰਮੀ ਉਡੀਕ, ਮਿਹਨਤ ਅਤੇ ਖਰਚੇ ਤੋਂ ਮਗਰੋਂ ਸਧਰਾਂ ਨੂੰ ਬੂਰ ਪਿਆ। ਇਸੇ ਖੁਸ਼ੀ ਵਿੱਚ ਉਹਨਾਂ ਨੇ ਜੋ ਪਹਿਲਾਂ ਹੀ ਸੁੱਖ ਸੁੱਖੀ ਹੋਈ ਸੀ, ਗੁਰਦੁਆਰੇ ਅਖੰਡ ਪਾਠ ਕਰਵਾਇਆ। ਪਾਠ ਦੀ ਬੁਕਿੰਗ ਇਸ ਤਰ੍ਹਾਂ ਕਰਵਾਈ ਕਿ ਭੋਗ ਦੀਵਾਲੀ ਵਾਲੇ ਦਿਨ ਪੈਣਾ ਚਾਹੀਦਾ ਹੈ। ਪ੍ਰਬੰਧਕਾਂ ਨੇ ਪ੍ਰਵਾਨ ਕਰ ਲਿਆ। ਸਾਨੂੰ ਪਾਠੀਆਂ, ਕੀਰਤਨੀਆਂ ਤੇ ਕਥਾਵਾਚਕਾਂ ਨੂੰ ਚਾਅ ਚੜ੍ਹਿਆ ਹੋਇਆ ਸੀ। ਇੱਕ ਤਾਂ ਦੀਵਾਲੀ ਨੂੰ ਸੰਗਤ ਵੈਸੇ ਹੀ ਬਹੁਤੀ ਆਉਂਦੀ ਹੈ, ਦੂਜੇ ਅਖੰਡ ਪਾਠ ਦੀਆਂ ਰੌਲਾਂ ਦੇ ਡਾਲਰ ਸਾਨੂੰ ਮਿਲਣਗੇ। ਭੋਗ ਸਮੇਂ ਕਥਾ ਕੀਰਤਨ ਵੀ ਮਾਇਆ ਦੇ ਵਾਹਵਾ ਆਉਣ ਦੀ ਉਮੀਦ ਹੈ। ਮਿੱਥੇ ਦਿਨ ਤੇ ਅਖੰਡ ਪਾਠ ਸ਼ੁਰੂ ਹੋ ਗਿਆ। ਭਾਈ ਕਰਮ ਸਿੰਘ ਦਾ ਬਾਪੂ ਜੀ, ਜੋ ਥੋੜ੍ਹੇ ਦਿਨ ਪਹਿਲਾਂ ਹੀ ਕੈਨੇਡਾ ਪਹੁੰਚਿਆ ਸੀ, ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਜਿਸ ਦਿਨ ਤੋਂ ਅਖੰਡ ਪਾਠ ਸ਼ੁਰੂ ਹੋਇਆ ਸੀ, ਉਸੇ ਦਿਨ ਤੋਂ ਉਹ ਗੁਰਦੁਆਰੇ ਵਿੱਚ ਰਹਿ ਕੇ ਬਿਰਧ ਹੋਣ ਦੇ ਬਾਵਜੂਦ ਕਿਸੇ ਨਾ ਕਿਸੇ ਤਰ੍ਹਾਂ ਦੀ ਸੇਵਾ ਕਰਦਾ ਆ ਰਿਹਾ ਸੀ। ਰਾਤ ਨੂੰ ਵੀ ਗੁਰਦੁਆਰੇ ਹੀ ਸੌਂ ਜਾਂਦਾ। ਦੀਵਾਲੀ ਦਾ ਵੱਡਾ ਤਿਉਹਾਰ ਸਨਮੁਖ ਰੱਖ ਕੇ ਪਾਠ ਰਖਵਾਇਆ ਸੀ। ਭੋਗ ਤੋਂ ਬਾਅਦ ਦੀਵਾਲੀ ਵਾਲੀ ਰਾਤ ਨੂੰ ਆਤਿਸ਼ਬਾਜ਼ੀ ਚਲਾਈ ਜਾਣੀ ਸੀ। ਉਹ ਵੀ ਇਸੇ ਪਰਿਵਾਰ ਨੇ ਖਰੀਦ ਕੇ ਲਿਆਂਦੀ ਸੀ। ਸਾਰੀ ਆਤਿਸ਼ਬਾਜ਼ੀ, ਸਾਰੀ ਸਮੱਗਰੀ ਗੁਰਦੁਆਰੇ ਥਾਂ ਥਾਈਂ ਰੱਖ ਦਿੱਤੀ। ਅਸੀਂ ਪਾਠੀ ਆਪਣੀ ਪਾਠ ਦੀ ਡਿਊਟੀ ਨਿਭਾਉਂਦੇ ਸਾਂ। ਬਜ਼ੁਰਗ ਬਾਬਾ ਕੋਲ ਬੈਠਾ ਬਹੁਤਾ ਪਾਠ ਸੁਣ ਲੈਂਦਾ, ਥੋੜ੍ਹਾ ਬਹੁਤਾ ਪਾਠ ਸੁਣ ਲੈਂਦਾ। ਕਦੀ ਅਗਰਬੱਤੀ ਲਾ ਦਿੰਦਾ, ਕਦੀ ਸੀਸੀ ਚੁੱਕ ਕੇ ਅਤਰ ਪਰਫਿਊਮ ਵਗੈਰਾ ਛਿੜਕਣ ਲੱਗ ਪੈਂਦਾ। ਪਾਠ ਦੇ ਭੋਗ ਤੋਂ ਇੱਕ ਦਿਨ ਪਹਿਲਾਂ ਵਾਲੀ ਰਾਤ ਨੂੰ ਉਸਦੇ ਮਨ ਵਿੱਚ ਖਿਆਲ ਆਇਆ ਕਿ ਇੱਥੇ ਜੋਤ ਨਹੀਂ ਜਗਾਈ। ਫਿਰ ਜੇ ਬਿਜਲੀ ਚਲੀ ਜਾਵੇ ਤਾਂ ਪਾਠ ਵਿੱਚ ਵਿਘਨ ਪੈ ਜਾਵੇਗਾ। ਹਾਲਾਂਕਿ ਉਹਨਾਂ ਦੇਸ਼ਾਂ ਵਿੱਚ ਬਿਜਲੀ ਫੇਲ ਹੋਣ ਦਾ ਕੋਈ ਚਾਂਸ ਨਹੀਂ ਹੈ, ਪਰ ਬਾਬਾ ਪੰਜਾਬ ਵਿੱਚੋਂ ਗਿਆ ਸੀ, ਜਿੱਥੇ ਬਿਜਲੀ ਦਾ ਕੋਈ ਇਤਬਾਰ ਨਹੀਂ, ਕਦੋਂ ਆਵੇ ਤੇ ਕਦੋਂ ਦੌੜ ਜਾਵੇ। ਪੈਕ ਕੀਤੇ ਸਮਾਨ ਵਿੱਚੋਂ ਬਾਬਾ ਜੀ ਨੇ ਇੱਕ ਡੱਬਾ ਕੱਢ ਕੇ ਖੋਲ੍ਹ ਲਿਆ। ਪਾਠ ਕਰ ਰਹੇ ਪਾਠੀ ਤੋਂ ਸਿਵਾਏ ਉੱਥੇ ਹੋਰ ਕੋਈ ਨਹੀਂ ਸੀ। ਪਾਠੀ ਨੇ ਉੱਚੀ ਹੂਕ ਮਾਰੀ, ਊ ਊ। ਜਦੋਂ ਬਜ਼ੁਰਗ ਨੇ ਉੱਧਰ ਵੇਖਿਆ ਤਾਂ ਪਾਠੀ ਨੇ ਇਸ਼ਾਰੇ ਨਾਲ ਕੁਝ ਪੀ ਕਰਨ ਤੋਂ ਰੋਕਿਆ। ਬਾਬਾ ਆਪਣੀ ਹੀ ਮਸਤੀ ਵਿੱਚ ਬੋਲਣ ਲੱਗ ਪਿਆ, ਉਹ ਭਾਈ ਤੂੰ ਆਪਣਾ ਪਾਠ ਕਰੀ ਜਾ, ਮੇਰੇ ਵੱਲ ਵੇਖੇਗਾ ਤਾਂ ਪਾਠ ਵਿੱਚ ਵਿਘਨ ਪਏਗਾ। ਹੌਲੀ ਹੌਲੀ ਬਾਬਾ ਜੀ ਨੇ ਇੱਕ ਡੱਬਾ ਖੋਲ੍ਹ ਲਿਆ ਤੇ ਮਾਚਿਸ ਲੈ ਕੇ ਉਸ ਨੂੰ ਅੱਗ ਲਾਉਣ ਲੱਗਾ। ਉਸ ਦਾ ਖਿਆਲ ਸੀ ਕਿ ਅਗਰ ਬਿਜਲੀ ਚਲੀ ਗਈ ਤਾਂ ਮੋਮਬੱਤੀ ਤਾਂ ਕੋਲ ਜਗਦੀ ਜ਼ਰੂਰ ਚਾਹੀਦੀ ਹੈ। ਪਾਠੀ ਦੀ ਨਿਗਾਹ ਇੱਧਰ ਹੀ ਸੀ। ਉਹ ਫਿਰ ਗੁਰਰਾਇਆ, ਊ ਊ ਊ। ਇਸ਼ਾਰੇ ਨਾਲ ਉਸਨੇ ਮਨਾ ਕੀਤਾ ਬਾਬੇ ਨੂੰ ਕਿ ਇਹ ਕੰਮ ਨਾ ਕਰ, ਪਰ ਬਾਬਾ ਕਿੱਥੇ ਰੁਕਣ ਵਾਲਾ ਸੀ। ਫਿਰ ਬੋਲ ਪਿਆ, ਉਹ ਤੂੰ ਆਪਣਾ ਪਾਠ ਕਰੀ ਜਾ, ਕਾਹਨੂੰ ਭੰਗੜਾ ਪਾਉਂਦਾ ਹੈ, ਮੈਂ ਤਾਂ ਮੋਮਬੱਤੀ ਜਗਾਉਣ ਲੱਗਿਆ ਹਾਂ। ਇੰਨਾ ਕਹਿੰਦਿਆਂ ਬਾਬਾ ਜੀ ਨੇ ਤੀਲੀ ਬਾਲ ਕੇ ਮੋਮਬੱਤੀ ਨੂੰ ਅੱਗ ਲਾ ਦਿੱਤੀ। ਉਸ ਮੋਮਬੱਤੀ ਵਿੱਚੋਂ ਪਹਿਲਾਂ ਰੰਗ ਬਰੰਗੇ ਸੁੰਦਰ ਚੰਗਿਆੜੇ ਨਿਕਲੇ, ਫਿਰ ਜ਼ੋਰਦਾਰ ਧਮਾਕਾ ਹੋਇਆ। ਮੋਮਬੱਤੀ ਬਾਬੇ ਦੇ ਹੱਥੋਂ
ਛੁੱਟ ਗਈ, ਬਾਕੀ ਸਮਾਨ ਵਿੱਚ ਵੀ ਡਿੱਗ ਪਈ। ਬਾਬਾ ਡਰ ਕੇ ਪਿਛਾਂ ਉੱਲੜ ਗਿਆ, ਪਿਛਾਂ ਡਿੱਗ ਪਿਆ। ਇਸ ਮੋਮਬੱਤੀ ਵਾਲੀ ਅੱਗ ਤੋਂ ਬਾਕੀ ਸਮਾਨ ਨੂੰ ਵੀ ਅੱਗ ਲੱਗ ਗਈ। ਕੁਝ ਹੀ ਪਲਾਂ ਦੇ ਅੰਦਰ ਜ਼ੋਰ-ਜ਼ੋਰ ਦੀ ਧਮਾਕੇ ਹੋਣ ਲੱਗ ਪਏ, ਰੰਗ ਬਰੰਗੀਆਂ ਰੌਸ਼ਨੀਆਂ ਹੋਣ ਲੱਗ ਪਈਆਂ। ਪਾਠੀ ਪਾਠ ਛੱਡ ਕੇ ਗੁਰੂ ਗ੍ਰੰਥ ਸਾਹਿਬ ਨੂੰ ਉਸੇ ਤਰ੍ਹਾਂ ਚੁੱਕ ਕੇ ਦੌੜ ਪਿਆ। ਦੂਰ ਜਾ ਕੇ ਕਮਰੇ ਵਿੱਚ ਰੱਖ ਕੇ ਪ੍ਰਬੰਧਕਾਂ ਨੂੰ ਫੋਨ ਕੀਤੇ। ਗੁਰਦੁਆਰੇ ਵਿੱਚ ਮੋਮਬੱਤੀ ਵਾਲਾ ਕਾਰਾ ਦੱਸਿਆ। ਇੰਨੇ ਨੂੰ ਅੱਗ ਕਾਰਪੈਟਾਂ ਨੂੰ ਲੱਗ ਗਈ। ਪ੍ਰਬੰਧਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਭਾਈ ਕਰਮ ਸਿੰਘ, ਪ੍ਰਬੰਧਕ ਤੇ ਫਾਇਰ ਬ੍ਰਿਗੇਡ ਵਾਲੇ ਕੁਝ ਹੀ ਮਿੰਟਾਂ ਵਿੱਚ ਗੁਰਦੁਆਰੇ ਪਹੁੰਚ ਗਏ। ਫਾਇਰ ਬ੍ਰਿਗੇਡ ਵਾਲਿਆਂ ਛੇਤੀ ਹੀ ਅੱਗ ਤੇ ਕਾਬੂ ਲਿਆ। ਕੋਈ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਅੱਗ ਬੁਝਾ ਲੈਣ ਤੋਂ ਮਗਰੋਂ ਪੜਤਾਲ ਹੋਈ ਕਿ ਅੱਗ ਲੱਗੀ ਕਿਵੇਂ ਹੈ ਤੇ ਪਾਠੀ ਨੇ ਅਖੰਡ ਪਾਠ ਖੰਡਿਤ ਕਿਉਂ ਕੀਤਾ ਹੈ। ਪਾਠੀ ਨੇ ਆਪਣੀ ਸਫਾਈ ਵਿੱਚ ਸਾਰੀ ਗੱਲ ਕਹਿ ਸੁਣਾਈ। ਆਹ ਬਾਬਾ ਜੀ ਇੱਥੇ ਕੁਝ ਨਾ ਕੁਝ ਛੇੜਖਾਨੀ ਜਿਹੀ ਲਗਾਤਾਰ ਕਰਦੇ ਆ ਰਹੇ ਸਨ। ਮੈਂ ਇਸ਼ਾਰਿਆਂ ਨਾਲ ਬਹੁਤ ਰੋਕਿਆ ਪਰ ਇਹ ਨਹੀਂ ਰੁਕੇ। ਪਹਿਲਾਂ ਇਹਨਾਂ ਨੇ ਅਗਰਬੱਤੀਆਂ ਫੂਕੀਆਂ, ਫਿਰ ਅਤਲ ਫਲੇਰ ਛਿੜਕਿਆ। ਬਾਅਦ ਵਿੱਚ ਆਹ ਸਮਾਨ ਵਾਲੀ ਪੇਟੀ ਖੋਲ੍ਹ ਲਈ। ਇਸ ਵਿੱਚੋਂ ਜਦੋਂ ਆਹ ਪੈਕਟ ਖੋਲ੍ਹਣ ਲੱਗੇ ਮੈਂ ਬਥੇਰਾ ਕੁਰਲਾਇਆ, ਚੀਕਾਂ ਮਾਰੀਆਂ, ਇਸ਼ਾਰੇ ਕੀਤੇ, ਪਰ ਬਾਬੇ ਨੇ ਮੇਰੀ ਇੱਕ ਨਾ ਮੰਨੀ ਤੇ ਮੋਮਬੱਤੀ ਸਮਝ ਕੇ ਇਸ ਨੂੰ ਅੱਗ ਲਾ ਦਿੱਤੀ। ਉਸ ਤੋਂ ਮਗਰੋਂ ਜੋ ਵਾਪਰਿਆ ਹੈ ਉਹ ਤੁਹਾਡੇ ਸਾਹਮਣੇ ਹੈ। ਭਾਈ ਕਰਮ ਸਿੰਘ ਨੇ ਆਪਣੇ ਬਾਪੂ ਨੂੰ ਸੰਬੋਧਨ ਹੁੰਦੇ ਪੁੱਛਿਆ, ਬਾਪੂ ਜੀ ਆਹ ਸਭ ਭਿਆਨਕ ਹਾਦਸਾ ਕਿਵੇਂ ਵਾਪਰ ਗਿਆ? ਬਜ਼ੁਰਗ ਬਾਬਾ ਭੋਲੇ ਭਾ ਕਹਿਣ ਲੱਗਿਆ, ਭਾਈ ਮੈਂ ਤਾਂ ਮੋਮਬੱਤੀ ਜਲਾਈ ਸੀ, ਪਤਾ ਨਹੀਂ ਕਿਵੇਂ ਮੋਮਬੱਤੀ ਚੱਲ ਗਈ। ਅਸਲ ਵਿੱਚ ਜਿਸ ਨੂੰ ਬਾਬਾ ਜੀ ਮੋਮਬੱਤੀ ਸਮਝ ਰਹੇ ਸਨ ਉਹ ਵੱਖਰੀ ਕਿਸਮ ਦਾ ਦੀਵਾਲੀ ਨੂੰ ਚਲਾਉਣ ਵਾਲਾ ਬੰਬ ਸੀ। ਪਹਿਲਾਂ ਉਸ ਵਿੱਚੋਂ ਰੰਗ ਬਰੰਗੇ ਪਤੰਗੇ ਜਿਹੇ ਨਿਕਲਦੇ ਸਨ, ਮਗਰੋਂ ਜ਼ੋਰਦਾਰ ਧਮਾਕਾ ਹੋ ਜਾਂਦਾ ਸੀ। ਬਜ਼ੁਰਗ ਨੇ ਕਦੀ ਅਜਿਹਾ ਪਟਾਕਾ ਪਹਿਲਾਂ ਨਹੀਂ ਵੇਖਿਆ ਸੀ। ਉਹ ਪਟਾਕੇ ਨੂੰ ਮੋਮਬੱਤੀ ਹੀ ਸਮਝਦਾ ਰਿਹਾ। ਇਸ ਤੋਂ ਮਗਰੋਂ ਐਤਵਾਰ ਵਾਲੇ ਦਿਨ ਹੋਈ ਬੇਅਦਬੀ ਵਾਲੀ ਮੁਆਫੀਨਾਮੇ ਦੀ ਅਰਦਾਸ ਕਰਵਾ ਕੇ ਨਵੇਂ ਸਿਰਿਓਂ ਅਖੰਡ ਪਾਠ ਸ਼ੁਰੂ ਕਰਵਾ ਲਿਆ। ਗੁਰਦੁਆਰੇ ਵਿੱਚ ਹੋਏ ਨੁਕਸਾਨ ਦਾ ਹਰਜਾਨਾ ਭਰਿਆ। ਦੀਵਾਲੀ ਦੀ ਖੁਸ਼ੀ ਪਰਿਵਾਰ ਨੂੰ ਵਾਹਵਾ ਮਹਿੰਗੀ ਪੈ ਗਈ। ਤੁਹਾਡਾ ਕੀ ਵਿਚਾਰ ਹੈ? ਕੀ ਇਸ ਤਰ੍ਹਾਂ ਦੀਆਂ ਖੁਸ਼ੀਆਂ ਸਾਨੂੰ ਮਨਾ ਲੈਣੀਆਂ ਚਾਹੀਦੀਆਂ ਨੇ? ਆਖੋ ਸਤਨਾਮ।